सोरठ महला पंजवा। ठांड पाई कर तारे, ताप छोड़ गया परवारे। गुरपुरै है राखी, सारण सच्चे की ताकी। ठांड पाई कर तारे, ताप छोड़ गया परवारे। गुरपुरै है राखी, सारण सच्चे की ताकी। परमेश्वर आप हुआ रखवाला, शांत सहज सुख खिन मह उपजे। मन हुआ सदा सुखाला, रहाओ हर हर नाम दियो दारू। तिन सगला रोग बिदारू, अपनी कृपा तारी। तिन सगली बात सवारी, प्रभे अपना बिरद समारिया। हमरा गुण अवगुण ना विचारिया। गुर का शब्द भयो साखी, तिन सगली लाज राखी। बुलाया बोली तेरा, तू साहिब गुणी गहेरा। जप नानक नाम सच साखी, अपने दास की पैज राखी। बुलाया बोली तेरा, तू साहिब गुणी गहेरा। जप नानक नाम सच साखी, अपने दास की पैज राखी। वाहिगुरु जी का खालसा, वाहिगुरु जी की फतेह। परम सन्मान योग गुरु की साजी नवाजी, गुरु स्वरूप गुरु खालसा साध संगत जी, आप धनता दे योग हो। हर रोज दी तरह गुरुद्वारा मंजी साहिब दीवान हाल विखे सतगुरां दी पावन हजूरी विच मिल बैठ के घरां विच विदेशां दे विच सतगुरां दे आए पावन पवित्र हुक्मनामे दी कथा विचार सांझी करदे हो। दीन दुनिया दे मालक, जगत जलंदे दे रखियक साहिब श्री गुरु ग्रंथ साहिब सच्चे पातशाह जी ने अमृत वेले सचखंड श्री हरमंदर साहिब जी विखे प्रकाशमान हो के अज दा ए पावन पवित्र मुख वाक
ਸ਼ਹੀਦਾਂ ਦੇ ਸਿਰ ਤਾਜ, ਬਾਣੀ ਕੇ ਬੋਹਿਥ, ਕਲਯੁਗੀ ਜੀਵਾਂ ਦੇ ਉਧਾਰਕ, ਸ਼ਾਂਤੀ ਦੇ ਮੁਜੱਸਮੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਦਰਸਾਇਆ ਹੈ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਸਾਡੀ ਰੱਖਿਆ ਕਰਨ ਵਾਲਾ ਹੈ। ਉਸ ਪਰਮਾਤਮਾ ਤੋਂ ਬਗੈਰ ਜੀਵ ਦੀ ਰੱਖਿਆ ਕਰਨ ਵਾਲਾ ਕੋਈ ਨਹੀਂ। ਜਿੱਥੇ ਉਸ ਪਰਮਾਤਮਾ ਨੇ ਬਿੰਦ ਤੋਂ ਸੋਹਣਾ ਪਿੰਡ ਰਚਿਆ, ਉੱਥੇ ਸਾਧ ਸੰਗਤ ਜੀ ਮਾਤਾ ਦੇ ਉਦਰ ਵਿੱਚ ਜਠਰਾਗਣ ਅਗਨੀ ਤੋਂ ਉਸ ਵਾਹਿਗੁਰੂ ਪਰਮੇਸ਼ਰ ਨੇ ਇਸ ਜੀਵ ਨੂੰ ਬਚਾਇਆ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਰਾਗ ਮਾਰੂ ਦੇ ਵਿੱਚ ਦਰਸਾਇਆ ਹੈ ਕਿ ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਜੀਵ ਨੂੰ ਮਾਤਾ ਦੇ ਉਦਰ ਵਿੱਚ ਸੇਕ ਨਹੀਂ ਲੱਗਣ ਦਿੱਤਾ, ਤਿਵੇਂ ਉਹ ਪਰਮੇਸ਼ਰ ਵਾਹਿਗੁਰੂ ਸੰਸਾਰ ਅੰਦਰ ਵੀ ਜੀਵ ਦੀ ਰਖਵਾਲੀ ਕਰਦਾ ਹੈ। ਕਿਉਂਕਿ ਹਜ਼ੂਰ ਨੇ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਦਰਸਾਇਆ ਹੈ, ਜੈਸੇ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜੈਸੇ ਮਾਤਾ ਦੇ ਉਦਰ ਵਿੱਚ ਜਠਰਾਗਣ ਅਗਨੀ ਸੀ, ਜੋ ਮਾਤਾ ਦੇ ਖਾਧੇ ਪੀਤੇ ਨੂੰ ਸਾੜ ਕੇ ਸੁਆਹ ਕਰਦੀ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੈਸੀ ਬਾਹਰ ਮਾਇਆ, ਤੈਸੀ ਹੀ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਮਾਇਆ ਦੀ ਅਗਨੀ ਹੈ। ਮਾਇਆ ਦੀ ਅਗਨੀ ਕਰਕੇ ਇਹ ਸੰਸਾਰ ਦੇ ਜੀਵ ਜਲਦੇ ਨੇ। ਹਜ਼ੂਰ ਨੇ ਜ਼ਿਕਰ ਕੀਤਾ ਹੈ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ, ਤਾਰਹੁ ਤਾਰਨ ਹਾਰੇ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਵੇਂ ਤੁਸਾਂ ਮਾਤਾ ਦੇ ਉਦਰ ਵਿੱਚ ਆਪਣੇ ਸਿਮਰਨ ਦੀ ਦਾਤ ਦੇ ਕੇ ਸਾਨੂੰ ਉੱਥੇ ਜਠਰਾਗਣ ਅਗਨੀ ਤੋਂ ਬਚਾਇਆ ਹੈ,
ਇਸੇ ਤਰ੍ਹਾਂ ਬਾਹਰ ਅੱਗ ਦਾ ਸਮੁੰਦਰ ਹੈ। ਇਹਦੇ ਵਿੱਚ ਬੇਅੰਤ ਹੀ ਅਗਨੀ ਦੀਆਂ ਲਹਿਰਾਂ ਹਨ, ਵਿਕਾਰਾਂ ਦੀਆਂ ਲਹਿਰਾਂ ਹਨ, ਬੁਰਾਈਆਂ ਦੀਆਂ ਲਹਿਰਾਂ ਹਨ। ਤੇ ਜਿਵੇਂ ਆਪ ਜੀ ਨੇ ਸਾਡੀ ਮਾਤਾ ਦੇ ਉਦਰ ਵਿੱਚ ਰੱਖਿਆ ਕੀਤੀ, ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਅਗਨੀ ਦੇ ਸਾਗਰ ਦੀਆਂ ਲਹਿਰਾਂ ਤੋਂ ਵੀ ਕਿਰਪਾ ਕਰਕੇ ਬਚਾਓ, ਉਤਾਰ ਲਓ। ਵਿਦਵਾਨਾਂ ਦੀ ਵਿਚਾਰ ਹੈ ਕਿ ਬੱਚਾ ਮਾਤਾ ਦੇ ਉਦਰ ਵਿੱਚ ਪ੍ਰਭੂ ਦੇ ਸਿਮਰਨ ਕਰਕੇ ਜਿਉਂਦਾ ਰਹਿੰਦਾ ਹੈ। ਜਿਹੜਾ ਬੱਚਾ ਮਾਤਾ ਦੇ ਉਦਰ ਵਿੱਚ ਸਿਮਰਨ ਨਹੀਂ ਕਰਦਾ, ਸਾਧ ਸੰਗਤ ਜੀ, ਉਹ ਸਹੀ ਸਲਾਮਤ ਸੰਸਾਰ ਵਿੱਚ ਨਹੀਂ ਆਉਂਦਾ। ਉਹ ਮਾਤਾ ਦੇ ਉਦਰ ਵਿੱਚ ਹੀ ਗਲ ਸੜ ਜਾਂਦਾ ਹੈ, ਮਾਤਾ ਦੇ ਉਦਰ ਵਿੱਚ ਹੀ ਉਹਦੀ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਇਸ ਅਗਨੀ ਦੇ ਸਮੁੰਦਰ ਸੰਸਾਰ ਵਿੱਚ ਆ ਕੇ ਵੀ ਜਿਹੜਾ ਜੀਵ ਉਸ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ, ਭਗਤੀ ਨਹੀਂ ਕਰਦਾ, ਬੰਦਗੀ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ, ਸਾਧ ਸੰਗਤ ਜੀ, ਉਹ ਵੀ ਸਹੀ ਸਲਾਮਤ ਨਹੀਂ ਰਹਿੰਦਾ। ਇਸ ਕਰਕੇ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਹ ਪਰਮੇਸ਼ਰ ਵਾਹਿਗੁਰੂ ਲੋਕ ਪਰਲੋਕ ਦਾ ਰੱਖਿਅਕ ਹੈ, ਪਰ ਜਦੋਂ ਕਿਤੇ ਖਤਰਾ ਹੋਵੇ ਤੇ ਅਸੀਂ ਦਰਖਾਸਤ ਦਿੰਦੇ ਹਾਂ ਕਿ ਮੈਨੂੰ ਫਲਾਣੇ ਫਲਾਣੇ ਬੰਦੇ ਤੋਂ ਖਤਰਾ ਹੈ, ਮੈਨੂੰ ਰਖਵਾਲੇ ਦਿੱਤੇ ਜਾਣ, ਬਾਡੀਗਾਰਡ ਦਿੱਤੇ ਜਾਣ। ਉਹ ਸਾਡੀ ਦਿੱਤੀ ਹੋਈ ਦਰਖਾਸਤ ਦੇ ਉੱਪਰ ਸੁਣਵਾਈ ਹੁੰਦੀ ਹੈ, ਔਰ ਸਾਧ ਸੰਗਤ ਜੀ, ਫਿਰ ਸਾਨੂੰ ਬਾਡੀਗਾਰਡ ਮਿਲਦੇ ਨੇ। ਇਸ ਤਰ੍ਹਾਂ ਵਿਕਾਰਾਂ ਤੋਂ ਬਚਣ ਵਾਸਤੇ, ਸੰਸਾਰ ਦੀਆਂ ਬੁਰਾਈਆਂ ਤੋਂ ਬਚਣ ਵਾਸਤੇ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਰੂਪੀ ਦਰਖਾਸਤ ਦੇਣੀ ਪਵੇਗੀ ਕਿ ਹੇ ਅਕਾਲ ਪੁਰਖ, ਮੈਨੂੰ ਵਿਕਾਰਾਂ ਤੋਂ ਖਤਰਾ ਹੈ। ਮਹਾਰਾਜ, ਮੈਨੂੰ ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹਨਾਂ ਵਿਸ਼ਿਆਂ ਤੋਂ ਖਤਰਾ ਹੈ। ਆਪ ਕਿਰਪਾ ਕਰਕੇ ਮੇਰੀ ਰਖਵਾਲੀ ਕਰੋ। ਤਾਂ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਪਰਮੇਸ਼ਰ ਸਮਰੱਥ ਹੈ, ਹਰ ਪ੍ਰਕਾਰ ਹਰ ਥਾਂ ਉਹ ਮਾਲਕ ਵਾਹਿਗੁਰੂ ਇਸ ਜੀਵ ਦੀ ਰਾਖੀ ਕਰਦਾ ਹੈ। ਇੱਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ। ਐਸ ਲੋਕ ਵਿੱਚ ਵੀ ਉਹ ਮਾਲਕ ਪਰਮੇਸ਼ਰ ਵਾਹਿਗੁਰੂ
ਰਾਖੀ ਕਰਦਾ ਹੈ। ਜਿਹੜੇ ਉਸ ਨੂੰ ਯਾਦ ਕਰਦੇ ਨੇ ਤੇ ਪਰਲੋਕ ਵਿੱਚ ਵੀ ਸਾਧ ਸੰਗਤ ਜੀ ਉਹ ਪਰਮੇਸ਼ਰ ਰਾਖੀ ਕਰਦਾ ਹੈ। ਪਰ ਅਸੀਂ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਜਿਨ੍ਹਾਂ ਨਾਲ ਪਿਆਰ ਪਾ ਰੱਖਿਆ ਹੈ ਨਾ, ਇਹਨਾਂ ਵਿੱਚੋਂ ਸਾਡੇ ਕਿਸੇ ਨੇ ਰਖਵਾਲੇ ਨਹੀਂ ਹੋਣਾ। ਇਹਨਾਂ ਵਿੱਚੋਂ ਸਾਡੇ ਕਿਸੇ ਨੇ ਬਾਡੀਗਾਰਡ ਨਹੀਂ ਬਣਨਾ। ਨਾ ਮਾਤਾ ਨੇ, ਨਾ ਪਿਤਾ ਨੇ, ਨਾ ਪੁੱਤਰਾਂ ਨੇ, ਨਾ ਧੀਆਂ ਨੇ, ਨਾ ਸੰਬੰਧੀਆਂ ਨੇ, ਕਿਸੇ ਨੇ ਸਾਡੀ ਰਖਵਾਲੀ ਨਹੀਂ ਕਰਨੀ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਨਾਂ ਤੇ ਆਪਣੇ ਹੱਥੀਂ ਬੰਨ ਕੇ ਅੱਗੇ ਤੋਰ ਦੇਣਾ ਵੀ ਆ ਲੈ ਜਾਓ ਇਹਨੂੰ। ਪੰਚਤੰਤਰ ਦੀ ਇੱਕ ਸਾਖੀ ਆਉਂਦੀ ਹੈ। ਇੱਕ ਮਾਤਾ ਦਾ ਪੁੱਤਰ ਬਿਮਾਰ ਹੋ ਗਿਆ ਤੇ ਉਹ ਰੋਜ਼ ਅਰਦਾਸ ਕਰਿਆ ਕਰੇ, हे ਅਕਾਲ ਪੁਰਖ, हे ਪ੍ਰਭੂ, हे ਪ੍ਰਮਾਤਮਾ, ਕਿਰਪਾ ਕਰ ਮੇਰੇ ਬੱਚੇ ਨੂੰ ਤੰਦਰੁਸਤੀ ਹੋ ਜਾਵੇ, ਇਹਦੀ ਮੌਤ ਭਾਵੇਂ ਮੈਨੂੰ ਆ ਜਾਵੇ, ਇਹਨੂੰ ਤੱਤੀ ਵਾਹ ਨਾ ਲੱਗੇ। ਉਹ ਸਾਖੀਕਾਰ ਅੱਗੇ ਲਿਖਦਾ ਵੀ ਇੱਕ ਦਿਨ ਅਚਾਨਕ ਹੀ ਰਾਤ ਨੂੰ ਬੌਲਦ ਖੁੱਲ ਗਿਆ ਤੇ ਪੁਰਾਤਨ ਸਮੇਂ ਸਾਧ ਸੰਗਤ ਜੀ ਵੱਡੇ ਸਾਰੇ ਵਲਟੋਏ ਦੇ ਵਿੱਚ ਸਿੰਜੀ ਆਦਿਕ ਭਿਉਈ ਜਾਂਦੀ ਸੀ ਪਸ਼ੂਆਂ ਨੂੰ ਪਾਉਣ ਵਾਸਤੇ। ਉਹ ਦੇਗਚੇ ਦਾ ਮੂੰਹ ਕਾਫੀ ਖੁੱਲਾ ਸੀ। ਬੌਲਦ ਸਿੰਜੀ ਖਾਂਦਾ ਸੀ। ਸਿੰਜੀ ਖਾਂਦਿਆਂ ਖਾਂਦਿਆਂ ਉਹਦੇ ਸਿੰਗ ਫਸ ਗਏ। ਹੁਣ ਉਹਨੇ ਉਹ ਦੇਗਚਾ ਜਿਹੜਾ ਸੀ ਉਹ ਸਿੰਘਾਂ ਤੇ ਚੁੱਕ ਲਿਆ। ਉਹ ਆਪਣੇ ਬਚਾਅ ਵਾਸਤੇ ਭੱਜਾ ਫਿਰਦਾ ਹੈ। ਮਾਤਾ ਨੇ ਸਮਝਿਆ ਵੀ ਜਮਦੂਤ ਆ ਗਏ ਨੇ। ਛੇਤੀ ਨਾਲ ਹੱਥ ਜੋੜ ਕੇ ਕਹਿਣ ਲੱਗੀ, ਮੁੰਡਾ ਉਸ ਪਾਸੇ ਆ, ਮੈਨੂੰ ਕੁਛ ਨਾ ਆਖਿਓ ਜੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਮਾਤ ਲੋਕ ਵਿੱਚ ਕਿਸੇ ਨੇ ਤੇਰੀ ਰਾਖੀ ਨਹੀਂ ਕਰਨੀ। ਇਹ ਸਾਰੇ ਉੱਤੋਂ ਹੀ ਤੇਰੇ ਵਾਸਤੇ ਅਰਦਾਸਾਂ ਕਰਦੇ ਨੇ ਵੀ ਇਹਨੂੰ ਤੱਤੀ ਵਾਹ ਨਾ ਲੱਗੇ, ਇਹਨੂੰ ਕੁਛ ਨਾ ਹੋਵੇ, ਪਰ ਅੰਦਰੋਂ ਕੋਈ ਨਹੀਂ ਕਹਿੰਦਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਤੇਰਾ ਰਖਵਾਲਾ ਹੈ। ਇਸ ਕਰਕੇ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੀ ਪ੍ਰੀਤ ਪਾ। ਉਹ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਤੇਰੀ ਰਾਖੀ ਕਰੇਗਾ। ਇੱਥੇ ਵਿਕਾਰਾਂ ਤੋਂ, ਬੁਰਾਈਆਂ ਤੋਂ ਤੈਨੂੰ ਬਚਾਵੇਗਾ ਤੇ ਅੱਗੇ ਜਮਦੂਤਾਂ ਤੋਂ ਬਚਾਵੇਗਾ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਮਾਲਕ ਦੇ ਚਰਨਾਂ ਵਿੱਚ ਅੱਠੇ ਪੈਰ ਜੁੜ ਕੇ ਅਰਦਾਸ ਬੇਨਤੀ ਕਰਿਆ ਕਰ। ਫਿਰ ਕਿਸੇ ਪ੍ਰਕਾਰ ਦਾ ਦੁੱਖ, ਸੰਤਾਪ, ਕਲੇਸ਼ ਤੈਨੂੰ ਸੰਤਾਵੇਗਾ ਨਹੀਂ। ਇਹ ਸਾਰੇ ਹੀ ਸੁਖ ਰੂਪ ਬਣ ਜਾਣਗੇ। ਇਹ ਸਾਰੇ ਤੇਰੇ ਮਿੱਤਰ ਬਣ ਜਾਣਗੇ ਜਦੋਂ ਤੂੰ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਮਿੱਤਰ ਬਣਾਵੇਂਗਾ, ਉਹਦੇ ਨਾਲ ਮਿੱਤਰਤਾਈ ਪਾਵੇਂਗਾ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਪਾਵਨ ਮੁਖ ਵਾਕ
ਬਖਸ਼ਿਸ਼ ਕੀਤਾ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਸਾਧ ਸੰਗਤ ਜੀ, ਰਾਗ ਸੋਰਠ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 622 ਤੇ ਸੁਭਾਏਮਾਨ ਹੈ। ਰਾਗ ਸੋਰਠ ਸੰਗੀਤ ਅਨੁਸਾਰ ਇਹ ਰਾਤ ਦੇ ਦੂਜੇ ਪਹਿਰ ਵਿੱਚ ਗਾਇਆ ਜਾਂਦਾ ਹੈ। ਰਾਗ ਸੋਰਠ ਤੇ ਰਾਗ ਸੋਰਠ ਵਿੱਚ ਸਤਿਗੁਰੂ ਜੀ ਨੇ ਇਹ ਪਾਵਨ ਪਵਿੱਤਰ ਹੁਕਮਨਾਮੇ ਦੀ ਆਪਾਂ ਨੂੰ ਦਾਤ ਬਖਸ਼ਿਸ਼ ਕੀਤੀ ਹੈ। ਠਾਂਡ ਪਾਈ ਕਰਤਾਰੇ। ਕਰਤਾਰੇ ਕਰਤਾਰ ਨੇ, ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਠਾਂਡ ਪਾਈ, ਠੰਡ ਪਾ ਦਿੱਤੀ, ਸ਼ਾਂਤੀ ਵਰਤਾ ਦਿੱਤੀ ਹੈ। ਜਿੱਥੇ ਸਾਧ ਸੰਗਤ ਜੀ ਇਹ ਜੀਵ ਦਾ ਮਨ ਵਿਕਾਰਾਂ ਕਰਕੇ ਤਪਦਾ ਸੀ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਵਾਰ ਵਾਰ ਇਸ ਦਾ ਮਨ ਤਪਦਾ ਸੀ, ਇਹਦੀ ਜਿੰਦ ਤਪਦੀ ਸੀ, ਪਰ ਸਤਿਗੁਰੂ ਜੀ ਕਹਿੰਦੇ ਇਹਦਾ ਤਪਿਆ ਬੇਕਾਰ ਬੇਅਰਥ ਸੀ। ਇਹਦਾ ਤਪਿਆ ਕਿਸੇ ਅਰਥ ਨਹੀਂ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਸਰੀਰ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਦੀ ਬਾਣੀ ਵਿਸਰ ਜਾਵੇ, ਸਾਧ ਸੰਗਤ ਜੀ ਜਿਵੇਂ ਪੱਕਾ ਰੋਗੀ, ਕੋੜ ਵਾਲਾ ਰੋਗੀ ਵਿਰਲਾਪ ਕਰਦਾ ਹੈ, ਉਹ ਫਿਰ ਇਸ ਤਰ੍ਹਾਂ ਵਿਰਲਾਪ ਕਰਦਾ ਹੈ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁਖ ਨਾਠੇ ਭਾਈ। ਵਿਕਾਰਾਂ ਦੀ ਤਪਸ਼ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਠੰਡ ਵਰਤਾ ਦਿੱਤੀ। ਹੁਣ ਆਨੰਦ ਹੋ ਗਿਆ। ਵਿਕਾਰਾਂ ਰੂਪੀ ਸਰੀਰਕ ਰੂਪੀ ਜਿਹੜੇ ਦੁੱਖ ਸੀ ਉਹ ਸਾਰੇ ਨੱਠ ਗਏ ਨੇ। ਸਤਿਗੁਰੂ ਜੀ ਕਹਿੰਦੇ ਬਲ ਤੋ ਜਲ ਤੋ ਤੌਂਕਿਆ ਗੁਰ ਚੰਦਨ ਸੀਤ ਲਾਇਓ। ਇਹ ਸੜਦੇ ਬਲ ਦੇ ਸੰਸਾਰ ਉੱਪਰ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਰੂਪੀ ਚੰਦਨ ਦਾ ਛਿੜਕਾਅ ਕੀਤਾ ਤਾਂ ਸਾਧ ਸੰਗਤ ਸਾਰੇ ਸ਼ਾਂਤੀ ਵਰਤ ਗਈ। ਪਰ ਕਿੱਥੇ ਵਰਤੀ? ਜਿਸ ਹਿਰਦੇ ਦੇ ਅੰਦਰ ਗੁਰੂ ਦਾ ਸ਼ਬਦ ਵਸ ਗਿਆ, ਜਿਸ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ, ਉੱਥੇ ਸ਼ਾਂਤੀ ਹੀ ਸ਼ਾਂਤੀ ਹੈ। ਭਾਵੇਂ ਕੋਈ ਅੱਗ ਬਾਲੀ ਜਾਵੇ, ਥੱਲੇ ਦੇਗਾਂ 'ਚ ਉਬਾਲੀ ਜਾਵੇ, ਮਨ ਸ਼ਾਂਤ ਹੈ, ਮਨ ਟਿਕਾਓ ਵਿੱਚ ਹੈ। ਪਰ ਜਿੱਥੇ ਬਾਣੀ ਨਹੀਂ, ਜਿੱਥੇ ਗੁਰੂ ਦਾ ਸ਼ਬਦ ਨਹੀਂ ਵਸਿਆ, ਸਾਧ ਸੰਗਤ ਜੀ ਉਹ ਤਾਂ ਮਨ ਰੂਪੀ ਕੜਾਇਆ ਜਿਹੜਾ ਨਾ ਵਾਰ-ਵਾਰ ਤਪਦਾ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ। ਉਹ ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੌਡੇ ਦਾ ਇੱਕ ਵਾਰ ਕੜਾਇਆ ਠੰਡਾ ਕੀਤਾ ਤੇ ਸਾਧ ਸੰਗਤ ਜੀ ਉਹ ਕੌਡੇ ਦਾ ਕੜਾਇਆ ਮੁੜ ਤਪਿਆ ਨਹੀਂ। ਪਰ ਅਸੀਂ ਰੋਜ਼ਾਨਾ ਹੀ ਗੁਰੂ ਨਾਨਕ ਨੂੰ ਆਪਣੇ ਕੜਾਏ ਵਿੱਚ ਸੁੱਟਦੇ ਹਾਂ। ਅਸੀਂ ਰੋਜ਼ ਬਾਣੀ ਵੀ ਪੜ੍ਹਦੇ ਹਾਂ, ਗੁਰ ਸ਼ਬਦ ਦਾ ਅਭਿਆਸ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ,
रोज गुरु नानक साहब नूं चेते करदे हां, पर साडा मन रूपी कड़ाया अजे भी ठंडा नहीं हो रहा। ਉਹਦਾ ਕਾਰਨ ਕੀ ਅਸੀਂ ਮਨ ਕਰਕੇ ਗੁਰੂ ਨੂੰ ਯਾਦ ਨਹੀਂ ਕਰਦੇ। ਜਦੋਂ ਅਸੀਂ ਮਨ ਕਰਕੇ ਗੁਰੂ ਨੂੰ ਯਾਦ ਕੀਤਾ ਤੇ ਕੌਡੇ ਵਾਕੂ ਸਾਧ ਸੰਗਤ ਜੀ, ਫਿਰ ਸਾਡਾ ਇਹ ਮਨ ਰੂਪੀ ਕੜਾਇਆ ਤਪੇਗਾ ਨਹੀਂ। ਠਾਂਡ ਪਾਈ ਕਰਤਾਰੇ, ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ठंड पा दिती है। ताप छोड़ गया परवारे। साध संगत जी, जिथे परतख परिवार नूं ताप छड्ड गया। हुण ताप कई प्रकार दा विद्वानां ने मन्निया है, पर सतगुरु जी ने 3 प्रकार दा ताप गुरबाणी विच दर्शाया है। तीने ताप निवारण हारा, दुख हंता, सुख रास। 3 प्रकार दे ताप दी ओ परमेश्वर निवृत्ति करन वाला है। दुखां नूं नाश करके ते सुख दी दात बख्शिश करन वाला है। आदि बेआदि ते उपाधि, ਇਹ 3 प्रकार ਦੇ ਤਾਪ ਜਿਹੜੇ ਜੀਵ ਨੂੰ ਸਤਾਉਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਸ਼ਬਦ ਦੁਆਰਾ ਠੰਡ ਪਾਈ ਤਾਂ ਸਾਧ ਸੰਗਤ ਜੀ ਇਹ 3 प्रकार ਦੇ ਤਾਪ ਜਿਹੜੇ ਸੀ ਪਰਿਵਾਰ ਨੂੰ ਛੱਡ ਗਏ। ਇਸੇ ਤਰ੍ਹਾਂ ਇਸ ਸਰੀਰ ਦਾ ਜਿਹੜਾ ਪਰਿਵਾਰ ਹੈ ਨਾ, 5 ਗਿਆਨ ਇੰਦਰੇ ਜਿਨ੍ਹਾਂ ਦੇ ਬਾਰੇ ਆਪਾਂ ਵਿਦਵਾਨਾਂ ਦੇ ਪਾਸੋਂ ਸਰਵਣ ਕਰਦੇ ਹਾਂ। ਨੇਤਰ, ਕੰਨ, ਤੁਚਾ, ਜ਼ਬਾਨ ਇਤਿਆਦਿ ਕੇ ਜਿਹੜੇ 5 ਗਿਆਨ ਇੰਦਰੇ ਨੇ ਨਾ, ਇਸ ਸਰੀਰ ਦਾ ਪਰਿਵਾਰ ਹੈ। और साध संगत जी ये विकारां करके तपदे रहिंदे ने। जदों कन्नां नाल असीं किसी दी सिफत सुणदे हां ते साडे मन विच तपश पैदा हुंदी है। जदों असीं किसी नूं अखां नाल बुराइयां करदे तकदे हां ते साडे मन विच तपश पैदा हुंदी है। ये साडे जिहड़े 5 ज्ञान इंद्रे ने ना, साध संगत जी ये विकारां करके तपदे हन। पर जदों करता पुरख वाहिगुरू परमेश्वर ने ठंड पा दित्ती तां हजूर कहंदे ने ये 5 ज्ञान इंद्रे रूपी जिहड़ा परिवार है, इन्हां 5 ज्ञान इंद्रियां रूपी परिवार नूं ताप जिहड़ा सी ना, तपश विकारां दी तपश वो छड्ड गई है। हुण ये वार-वार तपदे नहीं। गुर पूरा है राखी। पूरे गुरु ने साडी रखिया कीती है। पर रखिया कदों कीती? सारण सच्चे की ताकी। जदों असीं सच्चे अकाल पुरख वाहिगुरू परमेश्वर दे सरगुण स्वरूप सतगुरु दी शरण तकी तां सतगुरु ने कृपा की। साध संगत जी फिर उन्होंने साडी रखिया की है। हजूर सतगुरु पातशाह जी कहंदे ने तू मेरा राखा सबनी थाई ता भाओ केहा काड़ा जियो। हे अकाल पुरख तुसी मेरे सारियां थावां ते रखवाली करन वाले हो। जिथा हर आराध्या तिथा हर मित सहाई। जिथे भी उस मालक वाहिगुरू परमेश्वर नूं याद करिए साध संगत जी, ओ हरि परमेश्वर वाहिगुरू उत्थे ही सहायता करता है। जे नानक मते दे इलाके विच अलमस्त ने याद कीता ते उत्थे पहुंच के साध संगत जी ओदी रखवाली कीती। जे मरदाने ने
ਕੌਡੇ ਦੇ ਚੁੰਗਲ ਵਿੱਚੋਂ ਬਚਣ ਵਾਸਤੇ ਅਰਦਾਸ ਕੀਤੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਪਹੁੰਚ ਕੇ ਉਹਦੀ ਰਾਖੀ ਕੀਤੀ। ਹਜੂਰ ਕਹਿੰਦੇ ਜਦੋਂ ਅਸੀਂ ਸੱਚੇ ਦੀ ਸ਼ਰਨ ਤੱਕੀ ਤਾਂ ਪੂਰੇ ਗੁਰੂ ਨੇ ਕਿਰਪਾ ਕਰਕੇ ਸਾਡੀ ਰਾਖੀ ਕੀਤੀ ਹੈ, ਸਾਨੂੰ ਰੱਖ ਲਿਆ ਹੈ ਇਹਨਾਂ ਵਿਕਾਰਾਂ ਵੱਲੋਂ, ਬੁਰਾਈਆਂ ਵੱਲੋਂ। ਸਾਧ ਸੰਗਤ ਜੀ, ਦੁੱਖਾਂ ਕਲੇਸ਼ਾਂ ਵੱਲੋਂ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਬਚਾ ਲਿਆ ਹੈ। ਪਰਮੇਸ਼ਰ ਆਪ ਹੋਆ ਰਖਵਾਲਾ। ਪਰਮੇਸ਼ਰ ਆਪ ਸਾਡੀ ਰੱਖਿਆ ਕਰਨ ਵਾਲਾ ਹੋਇਆ ਹੈ। ਸਾਧ ਸੰਗਤ, ਜਿਵੇਂ ਬਾਬਾ ਬਿਧੀ ਚੰਦ ਜੀ ਨੇ ਬਲਦੇ ਹੋਏ ਭੱਠ ਵਿੱਚ ਬੈਠ ਕੇ ਤੇ ਸ਼ਬਦ ਪੜਿਆ ਸੀ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ, ਚੌ ਗਿਰਦ ਹਮਾਰੇ RAM ਕਾਰ ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, RAM ਨਾਮ ਔਖਦ ਦੀਆ ਏਕਾ ਲਿਵਲਾਈ। ਉਸ ਵੇਲੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰਗੁਣ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਰੱਖਿਆ ਕੀਤੀ। ਬਲਦੇ ਹੋਏ ਭੱਠ ਵਿੱਚ ਉਹਨਾਂ ਨੂੰ ਤੱਤੀ ਵਾਹ ਨਹੀਂ ਸੀ ਲੱਗਣ ਦਿੱਤੀ। ਔਰ ਇਤਿਹਾਸ ਨੇ ਜ਼ਿਕਰ ਕੀਤਾ ਹੈ, ਭਾਈ ਮਾਨਕ ਚੰਦ ਬੌਲੀ ਦੀ ਸੇਵਾ ਕਰਦਿਆਂ ਹੋਇਆਂ, ਸਾਧ ਸੰਗਤ ਜੀ, ਜਦੋਂ ਬੌਲੀ ਦਾ ਕੱਢ ਟੁੱਟਾ, ਯਕਦਮ ਪਾਣੀ ਹੀ ਪਾਣੀ ਹੋ ਗਿਆ ਬੌਲੀ ਦੇ ਵਿੱਚ ਤੇ ਮਾਨਕ ਚੰਦ ਉੱਥੇ ਡੁੱਬ ਗਿਆ। ਪਰ ਗਰੀਬ ਨਵਾਜ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਦੀ ਰਖਵਾਲੀ ਕੀਤੀ ਹੈ, ਉਹਨੂੰ ਮਰਨ ਨਹੀਂ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਆਪ ਹੋਆ ਰਖਵਾਲਾ। ਪਰਮੇਸ਼ਰ ਵਾਹਿਗੁਰੂ ਆਪ ਸਾਡੀ ਰੱਖਿਆ ਕਰਨ ਵਾਲਾ ਹੋਇਆ ਹੈ। ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ। ਜਦੋਂ ਉਸ ਵਾਹਿਗੁਰੂ ਨੇ ਸਾਡੀ ਰੱਖਿਆ ਕੀਤੀ ਤਾਂ ਹਜੂਰ ਕਹਿੰਦੇ ਸਾਡੇ ਅੰਦਰ ਸ਼ਾਂਤੀ ਪੈਦਾ ਹੋਈ ਹੈ, ਸਾਡੇ ਅੰਦਰ ਸਹਿਜ ਅਡੋਲਤਾ ਪੈਦਾ ਹੋਈ ਹੈ, ਸਾਡੇ ਅੰਦਰ ਸੁਖ ਹੀ ਸੁਖ ਹੈ। ਇੱਕ ਖਿਣ ਵਿੱਚ ਇਹ ਸਾਰੀਆਂ ਚੀਜ਼ਾਂ ਪੈਦਾ ਹੋ ਗਈਆਂ ਜਦੋਂ ਉਸ ਵਾਹਿਗੁਰੂ ਨੇ ਸਾਡੀ ਵਿਕਾਰਾਂ ਵੱਲੋਂ ਰੱਖਿਆ ਕੀਤੀ, ਸਾਨੂੰ ਵਿਕਾਰਾਂ ਵੱਲੋਂ ਬਚਾ ਲਿਆ। ਉਸ ਵੇਲੇ ਸ਼ਾਂਤੀ, ਅਡੋਲਤਾ, ਸੁਖ ਸਤਿਗੁਰੂ ਜੀ ਕਹਿੰਦੇ ਖਿਣ ਵਿੱਚ ਹੀ ਇਹ ਸਾਰੇ ਪੈਦਾ ਹੋ ਗਏ। ਬੰਦਾ ਕਈ ਵਾਰ ਯਤਨ ਕਰਦਾ ਹੈ ਕਿ ਮੈਨੂੰ ਸ਼ਾਂਤੀ ਪ੍ਰਾਪਤ ਹੋਵੇ। ਹੁਣ ਕਈ ਤਾਂ ਸ਼ਾਂਤੀ ਲੱਭਦੇ ਲੱਭਦੇ ਵਿਚਾਰੇ ਗਾਹ ਤੁਰ ਜਾਂਦੇ ਨੇ, ਸਾਰੀ ਜ਼ਿੰਦਗੀ ਉਹਨਾਂ ਨੂੰ ਸ਼ਾਂਤੀ ਨਹੀਂ ਲੱਭਦੀ। ਤੇ ਸਾਧ ਸੰਗਤ ਜੀ, ਕਈ ਅਡੋਲਤਾ ਦੀ ਪ੍ਰਾਪਤੀ ਕਰਨ ਵਾਸਤੇ ਯਤਨ ਕਰਦੇ ਨੇ, ਸੁਖ ਦੀ ਪ੍ਰਾਪਤੀ ਵਾਸਤੇ ਯਤਨ ਕਰਦੇ ਨੇ, ਪਰ ਹਜੂਰ ਕਹਿੰਦੇ ਯਤਨ ਕੀਤਿਆਂ ਇਹ ਵਸਤੂਆਂ ਪ੍ਰਾਪਤ ਨਹੀਂ ਹੁੰਦੀਆਂ। ਇਹ ਤਾਂ ਜਦੋਂ ਵਾਹਿਗੁਰੂ ਕਿਰਪਾ ਕਰੇ, ਜੀਵ ਗੁਰੂ ਸ਼ਬਦ ਨਾਲ ਜੁੜ ਜਾਵੇ, ਗੁਰ ਸ਼ਬਦ ਦਾ ਅਭਿਆਸੀ ਬਣ ਜਾਵੇ, ਤੇ ਉਹ ਵਾਹਿਗੁਰੂ ਫਿਰ ਇਹਦੀ ਵਿਕਾਰਾਂ ਵੱਲੋਂ ਰਖਵਾਲੀ ਕਰਦਾ ਹੈ। ਫਿਰ ਸ਼ਾਂਤੀ, ਅਡੋਲਤਾ ਤੇ ਸੁਖ ਇੱਕ ਖਿਣ ਵਿੱਚ ਹੀ ਸਾਧ ਸੰਗਤ ਜੀ ਪੈਦਾ ਹੋ ਜਾਂਦੇ ਨੇ ਇਸ ਜੀਵ ਦੇ ਅੰਦਰ। ਮਨ ਹੋਆ ਸਦਾ ਸੁਖਾਲਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਸਦੀਵ ਕਾਲ ਸੁਖੀ ਹੋ ਜਾਂਦਾ ਹੈ। ਜਦੋਂ ਸ਼ਾਂਤੀ ਆ ਗਈ, ਅਡੋਲਤਾ ਆ ਗਈ, ਸੁਖ ਪ੍ਰਾਪਤ ਹੋ ਗਿਆ ਤੇ ਮਨ ਸੁਖੀ ਹੈ। ਕਈ ਵਾਰ ਅਸੀਂ ਸਮਾਜ ਦੇ ਅੰਦਰ ਸੁਣਦੇ ਹਾਂ, ਕਈ ਵੀਰ ਕਹਿ ਦਿੰਦੇ ਨੇ ਵੀ ਮੇਰਾ ਅੱਜ ਮਨ ਬੜਾ ਦੁਖੀ ਹੈ। ਮਨ ਦੁਖੀ ਕਿਉਂ ਹੈ? ਜਾਂ ਤਾਂ ਉਹ ਪਰਿਵਾਰ ਵੱਲੋਂ ਦੁਖੀ ਹੁੰਦਾ ਹੈ, ਜਾਂ ਉਹ ਸੱਜਣਾ ਮਿੱਤਰਾਂ ਵੱਲੋਂ ਦੁਖੀ ਹੁੰਦਾ ਹੈ, ਜਾਂ ਉਹ ਧਨ ਪਦਾਰਥ ਵੱਲੋਂ ਦੁਖੀ ਹੁੰਦਾ ਹੈ। ਦੁੱਖ ਵੀ ਚਾਰ ਪ੍ਰਕਾਰ ਦੇ ਸਤਿਗੁਰੂ ਜੀ ਨੇ ਦਰਸਾਏ ਨੇ ਨਾ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ,
एक दुख सगत वार जमदूत, एक दुख रोग लगे तन धाए, वैद ना भोले दारू लाए। ये चार तरह का दुख जिहड़ा है मनुख नूं दुखी करता है। ते मनुख कहंदा मेरा मन बड़ा दुखी है, पर मन सुखी कदों होवेगा? साध संगत जी, जदों परमेश्वर ने आप किरपा कीती, आप इहदी विकारां वल्लों रखवाली कीती, इहदे अंदर शांति अडोलता सुख पैदा हो गया, ते सतगुरु जी कहंदे मन सदा ही सुखी हो जाता है। फिर मन कदे वास्ते दुखी नहीं हुंदा। ते सुख की प्राप्ति राज भाग विचों नहीं मिलती। मैं भी बेनती करा, सतगुरां ने गुरबाणी विच दर्शाया है, जो सुख प्रभ गोबिंद की सेवा, सो सुख राज न लहीए। जेड़ा सुख अकाल पुरख वाहिगुरु दे सिमरन विचों प्राप्त हुंदा है ना साध संगत जी, वो सुख राज भाग विचों नहीं मिलता। राजियां दे मन कदे सुखी नहीं हुंदे, पर नाम जपण वालियां दे मन सਦੀव काल सुखी ने। किसी प्रकार का उन्हां दे मन नूं दुख नहीं। मन होआ सदा सुखाला, प्रभु दे सिमरन करके, गुर शब्द दे अभ्यास करके मन विच शांति टिकाओ सुख प्राप्त होया, ते मन सदा ही सुखी हो गया है। रहाओ विश्राम दे के हजूर फरमाउंदे हन, हर हर नाम दियो दारू। साध संगत जी, गुरु साहब जी ने किरपा कीती, हर हर नाम दियो दारू। हरे भरे करन वाले हरि परमेश्वर वाहिगुरु दे नाम दी सानू दवाई दे दिती है। जदों डॉक्टर दे पास आपां जांदे हां ना, ते असीं कहने जी मैनू बुखार होया है, मेरा शरीर तपदा है, मेरे हड्ड पैर भजदे ने, ते डॉक्टर दवाई दिंदा है। पर जे तां ओह दवाई संजम दे नाल खाधी जावे ते साध संगत जी रोग कट्टिया जांदा है। पर जेड़ा परहेज डॉक्टर ने दस्सिया है, जे असीं ओह परहेज नहीं कीता, संजम नहीं कीता, दवाई खाई गए, पर उहदे नाल फायदा नहीं होया। सतगुरु जी कहंदे इस तरह गुरु ने किरपा करके हरे भरे करन वाले हरि परमेश्वर वाहिगुरु दे नाम दा सानू दारू दिता है, दवाई दिती है। नाल संजम भी दर्शाया है कि भाई काम क्रोध लोभ मोह हंकार इन्हां पंजां तो संजम भी रखी। हुण जे संजम नहीं रखिया, नाम रूपी दवाई भी खाई जाता है, पर नेत्र जेड़े ने इन्हां दे उत्ते काबू नहीं पाया, ये पराए धन ते पराए रूप नूं तक्की जांदे ने। क्रोध विच है, गुस्से विच है, लोभी है, हंकारी है, मोह विच फसिया होया है, ते साध संगत जी फिर ये दवाई किवें काट करेगी। सतगुरु जी कहंदे जिथे डॉक्टर की दवाई दे नाल नाल संजम भी जरूरी है, उथे नाम जपदियां सिमरन भजन करदियां साध संगत जी संयम रखना संतोख भी जरूरी है। गुरु ने किरपा करके सानू नाम रूपी दवाई दिती है। तिन सगला रोग बिदारू, ते उस नाम रूपी दवाई ने इस जीव दा सारा रोग जेड़ा से वो दूर कर दिता है। अपनी किरपा तारी, वाहिगुरु परमेश्वर ने अपनी किरपा कीते, तिन सगली बात सवारी। साध संगत जी जदों उस वाहिगुरु ने किरपा कीती ते वाहिगुरु दी किरपा ने इस जीव दी बात जेड़ी सी ना गल्लां बातां उहनूं सवार दिता।
ਹੁਣ ਬੜੀਆਂ ਚੰਗੀਆਂ ਗੱਲਾਂ ਕਰਦਾ ਹੈ, ਬੜੀਆਂ ਸੁਥਰੀਆਂ ਗੱਲਾਂ ਕਰਦਾ ਹੈ, ਪਰ ਕਦੇ ਇਹ ਬਹੁਤ ਬੁਰਾਈਆਂ ਵਾਲੀਆਂ ਗੱਲਾਂ ਵੀ ਕਰਦਾ ਸੀ ਤੇ ਲੋਕ ਕਹਿੰਦੇ ਸੀ ਬਹੁਤ ਮਾੜੀ ਬੋਲੀ ਇਹਦੀ। ਪਰ ਗੁਰੂ ਨੇ ਕਿਰਪਾ ਕੀਤੀ ਤੇ ਬੋਲੀ ਸੁਧਾਰ ਦਿੱਤੀ, ਇਸ ਜੀਵ ਦੀ ਬਾਤ ਸਵਾਰ ਦਿੱਤੀ ਹੈ। ਹਜੂਰ ਸਤਿਗੁਰੂ ਜੀ ਕਹਿੰਦੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਸਾਧ ਸੰਗਤ ਜੀ, ਗੁਰੂ ਸ਼ਬਦ ਨਾਲ ਜੁੜਿਆ ਜਿਨ੍ਹਾਂ ਦੇ ਅੰਦਰੋਂ ਮੋਹ ਟੁੱਟ ਗਿਆ ਨਾ, ਉਹਨਾਂ ਦਾ ਸ਼ਬਦ, ਉਹਨਾਂ ਦੀ ਬੋਲੀ, ਉਹਨਾਂ ਦੇ ਬੋਲ, ਉਹਨਾਂ ਦੇ ਬਚਨ, ਉਹਨਾਂ ਦੀ ਬਾਣੀ ਵਾਹਿਗੁਰੂ ਨੇ ਸਵਾਰ ਦਿੱਤੀ ਹੈ। ਹੁਣ ਉਹਨਾਂ ਦੀ ਬਾਣੀ, ਉਹਨਾਂ ਦੀ ਬੋਲੀ, ਉਹਨਾਂ ਦੀ ਜ਼ਬਾਨ ਉੱਤੇ ਵਾਹਿਗੁਰੂ ਪਰਮੇਸ਼ਰ ਆਪ ਵਸਦਾ ਹੈ ਤੇ ਉਹ ਜੋ ਵੀ ਬਚਨ ਕਰਦੇ ਨੇ ਫਿਰ ਉਹ ਪੂਰਾ ਹੋ ਜਾਂਦਾ ਹੈ। ਜਿਨ੍ਹਾਂ ਦੇ ਅੰਦਰੋਂ ਮੋਹ ਟੁੱਟ ਗਿਆ ਤੇ ਸਾਧ ਸੰਗਤ ਜੀ ਸੱਚੇ ਵਾਹਿਗੁਰੂ ਨੇ ਉਹਨਾਂ ਦੇ ਸ਼ਬਦ ਸਵਾਰ ਦਿੱਤੇ ਤੇ ਜਿਨ੍ਹਾਂ ਦੇ ਸ਼ਬਦ ਸਵਾਰੇ ਜਾਣ, ਅਸੀਂ ਕਹਿੰਦੇ ਬਹੁਤ ਹੀ ਪਿਆਰੇ ਤੇ ਸੁਥਰੇ ਬੋਲ ਬੋਲਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰ ਇਹ ਤਾਂ ਹੀ ਹੋ ਸਕਦਾ ਜੇ ਵਾਹਿਗੁਰੂ ਆਪਣੀ ਕਿਰਪਾ ਕਰੇ ਤਾਂ। ਜੇ ਵਾਹਿਗੁਰੂ ਆਪਣੀ ਕਿਰਪਾ ਨਹੀਂ ਕਰਦਾ ਤੇ ਸਾਧ ਸੰਗਤ ਜੀ ਇਹਦੇ ਬੋਲ ਸਵਾਰੇ ਨਹੀਂ ਜਾ ਸਕਦੇ। ਕੋਈ ਦਵਾਈ ਨਹੀਂ ਜਿਨ੍ਹਾਂ ਦੇ ਨਾਲ ਇਹਦੀ ਬੋਲ ਬਾਣੀ ਨੂੰ ਸਵਾਰਿਆ ਜਾ ਸਕੇ। ਵਾਹਿਗੁਰੂ ਕਿਰਪਾ ਕਰੇ ਤੇ ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਨੇ ਇਸ ਜੀਵ ਦੇ ਬੋਲ ਬਾਣੀ ਜਿਹੜੀ ਸੀ ਉਹਨੂੰ ਸਵਾਰ ਦਿੱਤਾ ਹੈ। ਪ੍ਰਭ ਆਪਣਾ ਬਿਰਦ ਸਮਾਰਿਆ। ਪ੍ਰਭੂ ਨੇ ਆਪਣੇ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਨੂੰ ਸੰਭਾਲਣਾ ਕੀਤਾ ਹੈ। ਪ੍ਰਭੂ ਦਾ ਬਿਰਦ ਕੀ ਹੈ? ਸਾਧ ਸੰਗਤ ਹਜੂਰ ਕਹਿੰਦੇ ਨੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹੋ ਬਿਰਦ ਸੁਆਮੀ ਸੁੰਦਰ। ਜਿਹੜਾ ਵੀ ਸ਼ਰਨ ਵਿੱਚ ਆ ਜਾਂਦਾ ਉਹਨੂੰ ਕੰਠ ਨਾਲ ਲਾ ਲੈਂਦਾ, ਘੁੱਟ ਕੇ ਗਲ ਵਕੜੀ ਪਾ ਲੈਂਦਾ ਹੈ, ਇਹ ਮਾਲਕ ਦਾ ਬਿਰਦ ਹੈ। ਤੇ ਜਿਹੜੇ ਜੀਵ ਬਿਰਦ ਨਾਲ ਜੁੜ ਜਾਂਦੇ ਨੇ, ਧਰਮ ਨਾਲ ਜੁੜ ਜਾਂਦੇ ਨੇ, ਫਿਰ ਉਹ ਵਾਹਿਗੁਰੂ ਪਰਮੇਸ਼ਰ ਆਪ ਲਾਜ ਪੱਤ ਰੱਖਦਾ ਹੈ। ਪ੍ਰਭ ਆਪਣਾ ਬਿਰਦ ਸੰਭਾਰਿਆ। ਪ੍ਰਭੂ ਨੇ ਆਪਣਾ ਬਿਰਦ, ਆਪਣਾ ਮੁੱਢ ਕਦੀਮਾਂ ਦਾ ਪਿਆਰ ਵਾਲਾ ਜਿਹੜਾ ਸੁਭਾਅ ਸੀ ਉਹਨੂੰ ਸੰਭਾਲਿਆ, ਚੇਤੇ ਕੀਤਾ। ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸਾਂ ਜੀਵਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਨੇ ਗੁਣ ਤੇ ਅਵਗੁਣ ਨਹੀਂ ਵਿਚਾਰਿਆ। ਸਾਡੇ ਗੁਣਾਂ ਤੇ ਅਵਗੁਣਾਂ ਦੀ ਵਿਚਾਰ ਨਹੀਂ ਕੀਤੀ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਹੋਰ ਵੀ ਬੇਅੰਤ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਪਰਮੇਸ਼ਰ ਨੇ ਕਿਰਪਾ ਕੀਤੀ, ਸਾਡੇ ਗੁਣਾਂ ਤੇ ਅਵਗੁਣਾਂ ਦੀ ਵਿਚਾਰ ਨਹੀਂ ਕੀਤੀ। ਸਾਡਾ ਲੋਕ ਤੇ ਪਰਲੋਕ ਸਵਾਰ ਦਿੱਤਾ ਹੈ। ਪਰ ਜਿਨ੍ਹਾਂ ਤੇ ਉਤਰੁੱਠ ਪਵੇ, ਜਿਨ੍ਹਾਂ ਤੇ ਰਹਿਮਤ ਕਰ ਦੇਵੇ, ਸਾਧ ਸੰਗਤ ਜੀ ਫਿਰ ਉਹਨਾਂ ਨੂੰ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ। ਉਹਨਾਂ ਦਾ ਝੱਟ ਹੀ ਲੋਕ ਪਰਲੋਕ ਸਵਾਰ ਦਿੰਦਾ, ਉਹਨਾਂ ਦੇ ਗੁਣਾਂ ਅਵਗੁਣਾਂ ਦੀ ਵਿਚਾਰ ਨਹੀਂ ਕਰਦਾ। ਪਰ ਸਾਨੂੰ ਬੇਨਤੀ ਕਰਨੀ ਚਾਹੀਦੀ, ਮਾਲਕ ਅਸੀਂ ਖਾਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ। ਔ ਪਾਪੀ ਵੱਡ ਗੁਨਹਗਾਰ ਸੱਚੇ ਪਾਤਸ਼ਾਹ ਅਸੀਂ ਤਾਂ ਬਹੁਤ ਖਾਤੇ ਗੁਨਾਹ ਕਰਦੇ ਹਾਂ, ਬਹੁਤ ਸਾਡੇ ਵਿੱਚ ਅਵਗੁਣ ਨੇ, ਗੁਣ ਸਾਡੇ ਵਿੱਚ ਕੋਈ ਵੀ ਨਹੀਂ, ਅਵਗੁਣਾਂ ਦੇ ਭਰੇ ਹੋਏ ਆ। ਮਹਾਰਾਜ ਆਪ ਜੀ ਦਾ ਇਹ ਬਿਰਦ ਹੈ, ਆਪ ਜੀ ਦਾ ਸੁਭਾਅ ਹੈ, ਆਪ ਅਵਗੁਣਾਂ ਵੱਲੇ ਨਹੀਂ ਤੱਕਦੇ। ਸਾਡਾ ਸੁਭਾਅ ਹੈ ਕਿ ਅਸੀਂ ਲੋਕਾਂ ਦੇ ਅਵਗੁਣਾਂ ਵੱਲੇ ਤੱਕਦੇ ਹਾਂ। ਇਹ ਫਲਾਣੇ ਵਿੱਚ ਕਿੰਨੇ ਅਵਗੁਣ ਨੇ, ਫਲਾਣੇ ਵਿੱਚ ਕਿੰਨੇ ਅਵਗੁਣ ਨੇ। ਅਸੀਂ ਆਪਣੇ ਵੱਲੇ ਕਦੀ ਝਾਤੀ ਨਹੀਂ ਮਾਰੀ ਵੀ ਮੇਰੇ ਵਿੱਚ ਕਿੰਨੇ ਅਵਗੁਣ ਨੇ। ਅਸੀਂ ਆਪਣੇ ਅਵਗੁਣਾਂ ਦੀ ਕਦੀ ਵਿਚਾਰ ਨਹੀਂ ਕੀਤੀ। ਅਸੀਂ ਸਮਝਦੇ ਹਾਂ ਵੀ ਮੈਂ ਸਾਰਿਆਂ ਤੋਂ ਗੁਣਵਾਨ ਹਾਂ,
ਤੇ ਬਾਕੀ ਸਾਰੇ ਹੀ ਅਵਗਣਿਆਰੇ ਨੇ। ਪਰ ਸਾਧ ਸੰਗਤ ਜੀ, ਉਹ ਪਰਮੇਸ਼ਰ ਵਾਹਿਗੁਰੂ ਕਿਤਨਾ ਦਿਆਲੂ ਹੈ, ਬੇਅੰਤ ਹੈ। ਉਹ ਅਸਾਂ ਜੀਵਾਂ ਦੇ, ਤਮਾਮ ਜੀਵਾਂ ਦੇ ਗੁਣਾਂ ਤੇ ਅਵਗੁਣਾਂ ਦੀ ਵਿਚਾਰ ਨਹੀਂ ਕਰਦਾ, ਆਪਣੇ ਬਿਰਧ ਨੂੰ ਚੇਤੇ ਰੱਖਦਾ ਹੈ। ਗੁਰ ਕਾ ਸ਼ਬਦ ਭਇਓ ਸਾਖੀ। ਗੁਰੂ ਦਾ ਸ਼ਬਦ ਹੀ ਸਾਧ ਸੰਗਤ ਜੀ, ਗੁਰੂ ਦਾ ਸ਼ਬਦ ਜਦੋਂ ਹਿਰਦੇ ਦੇ ਅੰਦਰ ਸਾਖਿਆਤ ਪ੍ਰਗਟ ਹੋ ਗਿਆ, ਤਿਨ ਸਗਲੀ ਲਾਜ ਰਾਖੀ। ਗੁਰੂ ਦੇ ਸ਼ਬਦ ਨੇ ਫਿਰ ਇਸ ਜੀਵ ਦੀ ਸਾਰੀ ਇੱਜ਼ਤ ਪੱਤ ਰੱਖੀ ਹੈ। ਗੁਰੂ ਦੇ ਸ਼ਬਦ ਨਾਲ ਜੁੜਿਆ ਹੀ ਸਾਧ ਸੰਗਤ ਜੀ ਦ੍ਰੋਪਦੀ ਦੀ ਲਾਜ ਰਹੀ, ਪ੍ਰਹਿਲਾਦ ਦੀ ਲਾਜ ਪਰਮੇਸ਼ਰ ਨੇ ਰੱਖੀ, ਭਗਤ ਕਬੀਰ ਸਾਹਿਬ ਜੀ ਦੀ ਲਾਜ ਰੱਖੀ, ਨਾਮਦੇਵ ਜੀ ਦੀ ਲਾਜ ਰੱਖੀ, ਭਾਈ ਜੋਗਾ ਸਿੰਘ ਜੀ ਦੀ ਲਾਜ ਰੱਖੀ। ਕਿਹਦੀ ਗਿਣਤੀ ਕਰੀਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬੇਅੰਤ ਹੈ। ਜਿਹੜਾ ਵੀ ਗੁਰੂ ਦੇ ਸ਼ਬਦ ਨਾਲ ਜੁੜ ਗਿਆ, ਗੁਰੂ ਦਾ ਸ਼ਬਦ ਉਹਦੇ ਅੰਦਰ ਸਾਖਿਆਤ ਪ੍ਰਗਟ ਹੋ ਗਿਆ, ਗੁਰੂ ਦੇ ਸ਼ਬਦ ਨੇ ਉਹਨਾਂ ਦੀ ਸਾਰਿਆਂ ਦੀ ਲਾਜ ਰੱਖੀ ਹੈ। ਬੋਲਾਇਆ ਬੋਲੀ ਤੇਰਾ। ਹਜ਼ੂਰ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਅਕਾਲ ਪੁਰਖ, ਮੇਰੇ ਵਿੱਚ ਕੋਈ ਸਮਰੱਥਾ ਨਹੀਂ ਕਿ ਮੈਂ ਆਪਣੇ ਆਪ ਕੁਝ ਬੋਲ ਸਕਾਂ। ਮੇਰੇ ਵਿੱਚ ਕੋਈ ਸਮਰੱਥਾ ਨਹੀਂ, ਮੈਂ ਆਪਣੇ ਆਪ ਕੁਝ ਵੀ ਬੋਲ ਨਹੀਂ ਸਕਦਾ। ਬੋਲਾਇਆ ਬੋਲੀ ਤੇਰਾ। ਹੇ ਅਕਾਲ ਪੁਰਖ, ਜਿਵੇਂ ਤੁਸੀਂ ਮੈਨੂੰ ਬੁਲਾਉਂਦੇ ਹੋ ਤਿਵੇਂ ਹੀ ਮੈਂ ਬੋਲਦਾ ਹਾਂ, ਤੁਹਾਡਾ ਬੁਲਾਇਆ ਹੋਇਆ ਬੋਲਦਾ ਹਾਂ। ਤੇ ਸਾਧ ਸੰਗਤ ਜੀ, ਇਹ ਸਾਰੀ ਕਾਇਨਾਤ ਦੇ ਜੀਵ ਜੰਤੂ ਜਿੰਨੇ ਵੀ ਨੇ ਨਾ, ਜਿਵੇਂ ਜਿਵੇਂ ਉਹ ਪਰਮੇਸ਼ਰ ਬੁਲਾਉਂਦਾ ਹੈ ਤਿਵੇਂ ਤਿਵੇਂ ਇਹ ਬੋਲਦੇ ਹਨ। ਜਿਵੇਂ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਨਾ, ਜਿਉਂ ਜੰਤੀ ਕੇ ਵਸ ਜੰਤ ਹੈ, ਜਿਵੇਂ ਵਜੰਤਰੀ ਦੇ ਵਸ ਵਿੱਚ ਸਾਧ ਸੰਗਤ ਜੀ ਵਾਜਾ ਹੈ। ਜਿਵੇਂ ਜਿਵੇਂ ਉਹ ਵਜਾਉਂਦਾ ਹੈ ਤੇ ਤਿਵੇਂ ਤਿਵੇਂ ਉਹ ਆਵਾਜ਼ ਕੱਢਦਾ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ, ਵਜਾਵਣ ਹਾਰੋ ਜਾਣੈ। ਉਹ ਪਰਮੇਸ਼ਰ ਜਿਹੜਾ ਹੈ ਜੀਵ ਰੂਪੀ ਵਾਜਿਆਂ ਨੂੰ ਵਜਾ ਰਿਹਾ ਹੈ ਨਾ, ਉਹੀ ਜਾਣਦਾ ਵੀ ਇਹਨਾਂ ਵਾਜਿਆਂ ਵਿੱਚੋਂ ਕਿਹੜੀ ਆਵਾਜ਼ ਨਿਕਲ ਆਉਣੀ ਹੈ। ਅਸੀਂ तमाम ਜੀਵ ਵਾਜੇ ਹਾਂ, ਉਹ ਪਰਮੇਸ਼ਰ ਵਜੰਤਰੀ ਹੈ, ਵਜਾਉਣ ਵਾਲਾ ਹੈ। ਜਿਵੇਂ ਜਿਵੇਂ ਉਹ ਵਜਾਉਂਦਾ ਤਿਵੇਂ ਤਿਵੇਂ ਅਸੀਂ ਵੱਜਦੇ ਹਾਂ, ਜਿਵੇਂ ਜਿਵੇਂ ਉਹ ਬੁਲਾਉਂਦਾ ਤਿਵੇਂ ਤਿਵੇਂ ਅਸੀਂ ਬੋਲਦੇ ਹਾਂ। ਸਾਧ ਸੰਗਤ ਜੀ, ਕਿਸੇ ਵਾਜੇ ਵਿੱਚੋਂ ਫਿੱਕੀ ਆਵਾਜ਼ ਨਿਕਲਦੀ ਹੈ, ਕਿਸੇ ਵਾਜੇ ਵਿੱਚੋਂ ਮਿੱਠੀ ਆਵਾਜ਼ ਨਿਕਲਦੀ ਹੈ। ਸੋ ਇਹ ਸਾਰੀ ਆਵਾਜ਼ ਉਸ ਪਰਮੇਸ਼ਰ ਵਾਹਿਗੁਰੂ ਦੀ ਦਿੱਤੀ ਹੋਈ ਹੈ, ਆਪਣੀ ਕਿਸੇ ਦੀ ਸਮਰੱਥਾ ਨਹੀਂ। ਗਲਾ ਰੁਕ ਜਾਵੇ ਤੇ ਕੋਈ ਬੋਲ ਨਹੀਂ ਸਕਦਾ ਜਿੰਨਾ ਚਿਰ ਉਹ ਵਾਹਿਗੁਰੂ ਨਾ ਬੁਲਾਵੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਵਾਹਿਗੁਰੂ ਮੇਰੇ ਵਿੱਚ ਕੋਈ ਸਮਰੱਥਾ ਨਹੀਂ, ਮੈਂ ਆਪਣੇ ਤੌਰ ਤੇ ਕੁਝ ਬੋਲ ਸਕਾਂ। ਜਿਵੇਂ ਤੁਸੀਂ ਬੁਲਾਉਂਦੇ ਹੋ, ਤੁਹਾਡਾ ਬੁਲਾਇਆ ਹੋਇਆ ਹੀ ਮੈਂ ਬੋਲਦਾ ਹਾਂ। ਤੂੰ ਸਾਹਿਬ ਗੁਣੀ ਗਹਿਰਾ। ਤੂੰ ਮਾਲਕ ਹੈ, ਗੁਣਾਂ ਦਾ ਡੂੰਘਾ ਸਮੁੰਦਰ ਹੈ। ਜਪ ਨਾਨਕ ਨਾਮ ਸੱਚ ਸਾਖੀ। ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਹੇ ਜੀਵ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਨੂੰ ਜਪਣਾ ਕਰ। ਸੱਚਾ ਨਾਮ ਹੀ ਸਾਖੀ ਹੈ, ਇਸ ਜੀਵ ਦਾ ਗਵਾਹ ਹੈ। ਤੇ ਸਾਧ ਸੰਗਤ ਜੀ, ਜਿਹੜੇ ਨਾਮ ਨਾਲ ਜੁੜ ਜਾਣਗੇ ਨਾ, ਉਹਨਾਂ ਦੀ ਗਵਾਹੀ ਫਿਰ ਨਾਮ ਭਰਦਾ ਹੈ। ਤੇ ਜਿਹੜੇ ਨਾਮ ਨਾਲ ਨਹੀਂ ਜੁੜਦੇ, ਫਿਰ ਉਹਨਾਂ ਦਾ ਗਵਾਹ ਕੌਣ ਬਣੇਗਾ? ਕਹਿੰਦੇ, ਦੋ ਬ੍ਰਾਹਮਣ ਯਾਤਰਾ ਕਰਨ ਵਾਸਤੇ ਤੁਰ ਪਏ। ਇੱਕ ਬਜ਼ੁਰਗ ਸੀ, ਇੱਕ ਨੌਜਵਾਨ ਸੀ। ਇਹ ਭਗਤ ਰਤਨਾਵਲੀ ਦੇ ਵਿੱਚ ਸਾਖੀ ਆਈ ਹੈ। ਜਦੋਂ ਉਹ ਬਿੰਦਰਾਬਨ ਗਏ ਤੇ ਜਿਹੜਾ ਬਜ਼ੁਰਗ ਬ੍ਰਾਹਮਣ ਸੀ ਨਾ, ਉਹ ਬਿਮਾਰ ਹੋ ਗਿਆ।
ਜਿਹੜਾ ਨੌਜਵਾਨ ਸੀ ਉਹਨੇ ਉਹਦੀ ਬੜੀ ਸੇਵਾ ਕੀਤੀ। ਤੇ ਸਾਧ ਸੰਗਤ ਜੀ, ਉਹ ਬ੍ਰਾਹਮਣ ਜਿਹੜਾ ਬਜ਼ੁਰਗ ਸੀ ਉਹ ਤੰਦਰੁਸਤ ਹੋ ਗਿਆ ਤੇ ਉਹਨੇ ਵਿਚਾਰਿਆ ਵੀ ਮੈਂ ਆਪਣੀ ਲੜਕੀ ਦਾ ਵਿਆਹ ਇਸ ਬ੍ਰਾਹਮਣ ਨਾਲ ਕਰ ਦੇਵਾਂ, ਇਹ ਬੜਾ ਸੇਵਾ ਭਾਵ ਵਾਲਾ ਹੈ। ਹੁਣ ਇਉਂ ਵਿਚਾਰ ਕੇ ਜਦੋਂ ਉਹ ਘਰ ਆਇਆ, ਉਹਨੇ ਪਰਿਵਾਰ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਮੁਕਰਾ ਦਿੱਤਾ। ਕਹਿਣ ਲੱਗੇ ਛੱਡ ਖੈੜਾ, ਇਹ ਵੀ ਕੋਈ ਬ੍ਰਾਹਮਣ ਹੈ, ਆਪਾਂ ਕੋਈ ਚੰਗਾ ਮੁੰਡਾ ਲੱਭਾਂਗੇ, ਕੋਈ ਚੰਗੀ ਜਾਇਦਾਦ ਵਾਲਾ ਲੱਭਾਂਗੇ। ਪਰ ਸਾਧ ਸੰਗਤ ਜੀ, ਹੋਇਆ ਕਿ ਉਸ ਨੌਜਵਾਨ ਬ੍ਰਾਹਮਣ ਨੇ ਅਦਾਲਤ ਵਿੱਚ ਕੇਸ ਕਰ ਦਿੱਤਾ। ਅਦਾਲਤ ਨੇ ਗਵਾਹੀ ਮੰਗੀ। ਅਦਾਲਤ ਕਹਿਣ ਲੱਗੀ ਆਪਣਾ ਗਵਾਹ ਲਿਆ। ਤੇ ਉਹ ਨੌਜਵਾਨ ਬ੍ਰਾਹਮਣ ਜਿਹੜਾ ਸੀ ਉਹ ਕਹਿਣ ਲੱਗਾ ਮੇਰਾ ਗਵਾਹ ਭਗਵਾਨ ਹੈ। ਅਦਾਲਤ ਕਹਿਣ ਲੱਗੀ ਵੀ ਮੈਂ ਇਸ ਤਰ੍ਹਾਂ ਨਹੀਂ ਮੰਨਦਾ ਵੀ ਤੇਰਾ ਗਵਾਹ ਭਗਵਾਨ ਆ, ਜਿੰਨਾ ਚਿਰ ਭਗਵਾਨ ਆਣ ਕੇ ਅਦਾਲਤ ਵਿੱਚ ਗਵਾਹੀ ਨਹੀਂ ਦਿੰਦਾ ਮੈਂ ਉਹਨਾਂ ਚਿਰ ਤੇਰੀ ਗੱਲ ਨਹੀਂ ਮੰਨਾਂ। ਉਸ ਨੌਜਵਾਨ ਬ੍ਰਾਹਮਣ ਨੇ, ਸਾਖੀਕਾਰ ਨੇ ਜ਼ਿਕਰ ਕੀਤਾ ਵੀ ਉਹ ਜਾ ਕੇ ਉਹਨੇ ਆਰਾਧਨਾ ਕੀਤੀ ਤੇ ਪ੍ਰਗਟ ਹੋਇਆ ਤੇ ਉਹਨੇ ਆ ਕੇ ਗਵਾਹੀ ਦਿੱਤੀ, ਉਹਦੀ ਸੱਚੀ ਸਾਖੀ ਭਰੀ ਹੈ। ਸਤਿਗੁਰੂ ਜੀ ਕਹਿੰਦੇ ਤੂੰ ਨਾਮ ਜਪ ਤੇ ਗਵਾਹ ਤੇਰਾ ਪਰਮੇਸ਼ਰ ਬਣੇਗਾ। ਹੁਣ ਜੇ ਅਸੀਂ ਨਾਮ ਹੀ ਨਹੀਂ ਜਪਦੇ ਤੇ ਉਹ ਗਵਾਹ ਕਿਵੇਂ ਬਣੇਗਾ? ਸਾਡੇ ਤੇ ਝੂਠੀਆਂ ਗਵਾਹੀਆਂ ਦੇਣ ਵਾਲੇ ਤਾਂ ਬੜੇ ਤਿਆਰ ਹੋਣਗੇ। ਸੰਸਾਰ ਦੇ ਅੰਦਰ ਝੂਠੀਆਂ ਗਵਾਹੀਆਂ ਭਰਨ ਵਾਲੇ ਤਾਂ ਬੜੇ ਲੋਕ 100-100 ਰੁਪਈਆ ਲੈ ਕੇ ਗਵਾਹੀਆਂ ਦੇਣ ਨੂੰ ਤਿਆਰ ਹੁੰਦੇ ਨੇ। ਪਰ ਗੁਰਮੁਖੋ ਨਾਮ ਜਪੀਏ ਤੇ ਉਹ ਪਰਮੇਸ਼ਰ ਵਾਹਿਗੁਰੂ ਆਪ ਗਵਾਹ ਬਣਦਾ ਹੈ। ਆਪਨੇ ਦਾਸ ਕੀ ਪੈਜ ਰਾਖੀ। ਸਤਿਗੁਰੂ ਜੀ ਕਹਿੰਦੇ ਜਦੋਂ ਉਸ ਨੇ ਸੱਚੀ ਸਾਖੀ ਸੱਚੀ ਗਵਾਹੀ ਦਿੱਤੀ ਨਾ ਤੇ ਗੁਰਮੁਖੋ ਆਪਣੇ ਦਾਸ ਦੀ ਉਹਨੇ ਆਪ ਇੱਜ਼ਤ ਰੱਖੀ ਹੈ, ਆਪਣੇ ਸੇਵਕ ਦੀ ਆਪ ਪੈਜ ਰੱਖੀ ਹੈ। ਸੋ ਜਦੋਂ ਉਹ ਪਰਮੇਸ਼ਰ ਪੈਜ ਰੱਖੇ ਤੇ ਸਾਧ ਸੰਗਤ ਜੀ ਫਿਰ ਉਹਦੀ ਪੈਜ ਨੂੰ ਕੋਈ ਖਤਰਾ ਨਹੀਂ। ਪਰ ਜੇ ਪਰਮੇਸ਼ਰ ਵਿੱਚੋਂ ਲੱਤ ਕੱਢ ਲਵੇ ਤੇ ਫਿਰ ਉਹਦੀ ਪੈਜ ਕੋਈ ਬਚਾ ਨਹੀਂ ਸਕਦਾ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਅੱਜ ਦੇ ਹੁਕਮਨਾਮੇ ਵਿੱਚ ਆਪਾਂ ਨੂੰ ਦਾਤ ਬਖਸ਼ਿਸ਼ ਕੀਤੀ। ਸਤਿਗੁਰੂ ਰਹਿਮਤ ਕਰਨ, ਅੱਠੇ ਪੈਰ ਉਸ ਵਾਹਿਗੁਰੂ ਦਾ ਸਿਮਰਨ ਕਰੀਏ, ਉਸ ਵਾਹਿਗੁਰੂ ਨਾਲ ਜੁੜੇ ਰਹੀਏ। ਉਹ ਹਰ ਥਾਂ ਤੇ ਸਾਡੀ ਰੱਖਿਆ ਕਰਨ ਵਾਲਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ। ਅੰਮ੍ਰਿਤ ਛਕੋ, ਤਿਆਰ ਬਰ ਤਿਆਰ ਹੋਵੋ, ਕੇਸਾਂ ਦੀ ਸੰਭਾਲ ਕਰੋ, ਨਸ਼ਿਆਂ ਦਾ ਤਿਆਗ ਕਰੋ। ਸਤਿਗੁਰਾਂ ਦਾ ਧੰਨਵਾਦ, ਸਮੂਹ ਸੰਗਤਾਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣੀ ਜੀ। ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ। ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।